ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢੋਡੀ ਬਾਣੀ ਭਗਤਾਂ ਕੀ ਇੱਕ ਓਂਕਾਰ ਸਤ ਗੁਰ ਪ੍ਰਸਾਦ। ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, जल की माछली चरै खंजूर। कोई बोले निरवा कोई बोले दूर, जल की माछली चरे खंजूर। ਆਪਾਂ ਪਿੱਛੇ ਵੀ ਵਿਚਾਰ ਕਰਦੇ ਆਉਂਦੇ ਹਾਂ, ਦੋ ਹੀ ਪੱਖ। ਬਾਣੀ ਸਾਨੂੰ ਦੋਨੇ ਪੱਖ ਸਮਝਾਉਂਦੀ ਹੈ, ਲੋਕ ਤੇ ਪ੍ਰਲੋਕ। ਸੰਸਾਰੀ ਪ੍ਰਮਾਣ ਸੋਝੀ ਨਿਰਾਕਾਰ ਦੀ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਹਰ ਵਿਸਰਤ ਸਦਾ ਖੁਆਰੀ। ਆਤਮਾ ਦੀ ਖੁਆਰੀ ਕਿਵੇਂ ਖਤਮ ਹੋਵੇ, ਕਿਵੇਂ ਇਹਨੂੰ ਗੁਣਾਂ ਦੀ ਪ੍ਰਾਪਤੀ ਹੋਵੇ। ਭਗਤ ਗੁਰੂ ਸਾਹਿਬਾਨਾਂ ਨੇ ਸਾਰੇ ਸੰਸਾਰ ਨੂੰ ਇਹ ਗੁਰੂ ਉਪਦੇਸ਼ ਰਾਹੀਂ ਉਹ ਕੁਦਰਤ ਭਾਵ ਨਿਰੰਕਾਰ ਦੀ ਸ਼ਕਤੀ ਬਾਰੇ ਸਮਝਾਇਆ। ਉਹ 'ਚ ਆਪਾਂ ਕਿਵੇਂ ਲੈ ਹੋਣਾ ਵਾ ਔਰ ਸਾਡੀ ਕੀ ਅਵਸਥਾ ਵਾ, ਉਹਦੇ ਬਾਰੇ ਆਪਾਂ ਨੂੰ ਸਮਝਾਇਆ। ਇੱਥੇ ਭਗਤ ਜੀ ਸਮਝਾਉਂਦੇ ਨੇ, ਕੋਈ ਕਹਿੰਦਾ ਭਾਈ ਬਹੁਤ ਨੇੜੇ ਆ, ਉਹ ਮੂਰਤੀ 'ਚ ਮੰਨੀ ਜਾਂਦਾ ਹੈ। ਕੋਈ ਦੂਰ ਮੰਨਦਾ ਵਾ, ਕਿਤੇ ਦੂਰ ਉੱਪਰ ਰਹਿੰਦਾ ਹੈ, ਕੋਈ ਅਲੱਗ ਜਗ੍ਹਾ ਹੈ। ਪਰ ਦੋਨੇ ਪੱਖਾਂ ਦੇ ਵਿੱਚ ਸਮਝ ਨਹੀਂ ਆ ਰਹੀ। ਆਪਣੇ ਆਪਣੇ ਖਿਆਲ ਪ੍ਰਗਟ ਕਰ ਰਹੀਆਂ ਸਾਰੀਆਂ ਮੱਤਾਂ। ਕਿਉਂ ਨਹੀਂ ਸਮਝ ਆ ਰਹੀ? ਜਲ ਕੀ ਮਾਛਲੀ ਚਰੈ ਖੰਜੂਰ। ਜਿਵੇਂ ਪਾਣੀ 'ਚ ਰਹਿਣ ਵਾਲੀ ਮੱਛੀ ਖੰਜੂਰ 'ਤੇ ਚੜ੍ਹ ਜਾਵੇ, ਉਹ ਪਾਣੀ ਤੋਂ ਬਿਨਾਂ ਕਿਵੇਂ ਰਹਿ ਸਕਦੀ ਹੈ? ਉਹ ਦੁਖੀ ਹੈ। ਖੰਜੂਰ 'ਤੇ ਚੜ੍ਹ ਤਾਂ ਗਈ, ਇਹ ਪ੍ਰਮਾਣ ਨੇ ਵੀ ਉਹ ਕਿਵੇਂ ਭਾਈ ਰਹੂਗੀ, ਉਹਨੂੰ ਕਿਵੇਂ ਟਿਕਾਅ ਆਊਗਾ ਪਾਣੀ ਤੋਂ ਬਿਨਾਂ। ਜਦੋਂ ਸਾਡੇ ਅੰਦਰ ਇੱਛਾ ਉੱਠਦੀਆਂ ਨੇ, ਇਹ ਜਿਹੜੀ ਸਾਡੀ ਸੁਰਤ ਹੈ, ਖੰਜੂਰ ਭਾਵ ਸਿਰ 'ਤੇ ਹਿਰਦਾ ਦਸਵਾਂ ਦੁਆਰ ਨਾਮ ਸਰੋਵਰ ਛੱਡ ਕੇ ਇਹ ਬੁੱਧੀ ਦਿਮਾਗ 'ਚ ਆ ਕੇ ਵਸ ਗਈ। ਉੱਥੇ ਹੁਣ ਇੱਛਾ ਉੱਠਦੀਆਂ ਨੇ। ਉਹ ਜਿਹੜੀ ਇੱਛਾ ਉੱਠਦੀਆਂ ਨੇ ਉਹੀ ਦੁੱਖ ਹੈ ਭਾਈ। ਉਹ ਚੁੱਭਦੀਆਂ ਨੇ, ਸਾਡੇ ਪੂਰੀਆਂ ਨਹੀਂ ਹੁੰਦੀਆਂ। ਇਹ ਪ੍ਰਮਾਣ ਦੇ ਕੇ ਭਗਤ ਜੀ ਨੇ ਸੰਸਾਰੀ ਧਰਮਾਂ ਨੂੰ ਸਮਝਾਇਆ, ਕਿਸੇ ਧਾਰਮਿਕ ਆਗੂ ਨੂੰ ਸਮਝਾ ਰਹੇ ਨੇ, ਭਾਈ ਦੁੱਖ ਤੁਹਾਡਾ ਕਿਵੇਂ ਜਾਊਗਾ? ਮੱਛੀ ਨੂੰ ਪਾਣੀ 'ਚੋਂ ਕੱਢ ਦਿਓ, ਕਿਵੇਂ ਤੜਫਦੀ, ਐਵੇਂ ਆਪਣੀ ਆਤਮਾ ਤੜਫਦੀ ਹੈ। ਪਰ ਆਪਾਂ ਨੂੰ ਪਤਾ ਨਹੀਂ ਲੱਗਦਾ। ਬਚਪਨ, ਜਵਾਨੀ, ਬੁਢਾਪਾ ਆ ਜਾਂਦਾ ਜਾਂ ਇਹਨੂੰ ਸਮਾਂ ਨਿਕਲ ਜਾਂਦਾ ਵਾ। ਇਹੀ ਤਾਂ ਸਮਝਣ ਆਏ ਸੀਗੇ। ਆਇਓ ਸੁਣ ਪੜ੍ਹਨ ਕੋ ਬਾਣੀ। ਸੁਣਨ ਦੀ ਵਿਚਾਰ ਇਹਨੇ ਛੱਡਤੀ, ਤਾਂ ਸਮਝਾਉਣ ਲੱਗ ਗਿਆ ਗੁਰੂ ਭਗਤ ਸਾਹਿਬਾਨਾਂ ਨੂੰ। ਉੱਥੋਂ ਕਿਰਾਏ ਪੈ ਗਿਆ, ਜੋ ਜੋ ਜਗਤ ਮੇ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਜੋ ਇੱਛਾ ਉੱਠਦੀਆਂ ਨੇ, ਸਾਨੂੰ ਦੁੱਖ ਹੁੰਦਾ ਹੈ ਉਹਦਾ। ਉਹ ਪੂਰੀਆਂ ਤਾਂ ਹੁੰਦੀਆਂ ਨੇ, ਜੇ ਪੂਰੀਆਂ ਹੋ ਜਾਂਦੀਆਂ ਫਿਰ ਅੱਗੇ ਖੜੀਆਂ ਨੇ। ਅੱਗੇ ਕੀ ਸਮਝਾਉਂਦੇ ਆ? ਕਾਹੇ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨਹਿ ਛਪਾਇਓ। ਫਿਰ ਇਹਨਾਂ ਨੇ ਐਸੀਆਂ ਵਿਧੀਆਂ ਵਿੱਢੀਆਂ, ਸੰਸਾਰ ਨੂੰ ਗੁੰਮਰਾਹ ਕਰਤਾ ਧਾਰਮਿਕ ਆਗੂਆਂ ਨੇ। ਕਹਿੰਦੇ ਜਿਹੜੇ ਪਾ ਲੈਂਦੇ ਨੇ ਉਹ ਛੁਪਾ ਕੇ ਰੱਖਦੇ ਨੇ। ਫਿਰ ਵੇਦ ਕਿਵੇਂ ਲਿਖਤੇ ਉਹਨਾਂ ਨੇ ਜੇ ਛੁਪਾ ਕੇ ਰੱਖਿਆ ਸੀਗਾ? ਕਿਉਂ ਬੋਰਡ ਮਾਰਤੇ? ਬ੍ਰਹਮ ਗਿਆਨੀ ਸਤਿਗੁਰ ਦੇ, ਗੁਰੂਆਂ ਦੇ ਕੁਛ ਨਹੀਂ ਹੈਗਾ ਕੋਲੇ, ਉਹਨਾਂ ਦੇ ਝੋਲੇ 'ਚ ਪਾਈ ਭਰਮ ਹੈ। ਜਿਨ੍ਹਾਂ ਨੇ ਪਾਇਆ ਸੀਗਾ ਉਹਨਾਂ ਨੇ ਤਾਂ ਗ੍ਰੰਥ ਸਾਹਿਬ ਦਿੱਤਾ ਆਪਾਂ ਨੂੰ। ਉਹਨਾਂ ਨੇ ਸਮਝਾਇਆ ਸੰਸਾਰ ਨੂੰ। ਭਗਤ ਜੀ ਕਹਿੰਦੇ ਵੀ ਜੇ ਛੁਪਾਇਆ ਸੀ ਫਿਰ ਵੇਦ ਕਿਵੇਂ ਲਿਖੇ ਗਏ? ਇਹ ਧਾਰਮਿਕ ਆਗੂ ਨੂੰ ਸਮਝਾਉਂਦੇ, ਕਿਉਂ ਬਕਵਾਸ ਕਰਦੇ ਹੋ, ਕਿਉਂ ਲੋਕਾਂ ਦਾ ਜੀਵਨ ਖਰਾਬ ਕਰਦੇ ਹੋ ਆਪਦੀ ਸੰਸਾਰੀ ਸੋਭਾ ਖਾਤਰ, ਮਾਇਆ ਖਾਤਰ। ਉਹਨਾਂ ਨੂੰ ਸਮਝਾ ਰਹੇ। ਉਹ ਤਾਂ ਛੁਪਦਾ ਨਹੀਂ ਭਾਈ। ਹਰ ਕਾ ਭਗਤ ਪ੍ਰਗਟੇ ਨਾ ਛਪੈ। ਹਰ ਜੋਤ ਜਦੋਂ ਪ੍ਰਗਟ ਹੁੰਦੀ ਹੈ ਸਾਡੇ ਅੰਦਰ, ਉਹ ਛੁਪਦੀ ਕਿੱਥੇ ਹੈ? ਸੱਚ ਕਿਉਂ ਛੁਪੂਗਾ? ਝੂਠ ਛੁਪੂਗਾ। ਜਿਵੇਂ ਸੂਰਜ ਆਉਣ ਨਾਲ ਤਾਰੇ ਗਾਇਬ ਹੋ ਜਾਂਦੇ ਨੇ। ਤਾਰੇ ਤਾਂ ਉੱਥੇ ਹੀ ਹੁੰਦੇ ਨੇ, ਪਰ ਉਹ ਰੋਸ਼ਨੀ ਦੇ ਵਿੱਚ ਦਿਖਦੇ ਨਹੀਂ ਹੈਗੇ। ਇਵੇਂ ਸਾਡੇ ਅੰਦਰ ਜਦੋਂ ਬ੍ਰਹਮ ਗਿਆਨ ਦੀ ਜੋਤ ਪ੍ਰਗਟ ਹੁੰਦੀ ਹੈ, ਹਰ ਦੀ ਜੋਤ ਪ੍ਰਗਟ ਹੁੰਦੀ ਹੈ, ਮਨ ਰੂਪੀ ਬੁੱਧੀ ਕਹਿ ਲਈਏ, ਇਹਨਾਂ ਦੀ ਜੋਤ ਵਿੱਚ ਹੀ ਅਲੋਪ ਹੋ ਜਾਂਦੀ। ਜਿਵੇਂ ਇੱਕ ਕਮਰੇ ਦੇ ਵਿੱਚ ਆਪਾਂ ਬਲਬ ਜਾਲ ਲਈਏ,
ਵੱਡਾ ਲਿਆ ਕੇ ਛੋਟਾ ਵਿੱਚ ਹੀ ਲੋਪ ਹੋ ਜਾਂਦਾ। ਇਹ ਜੀ ਖੇਲ ਹੈ ਭਾਈ, ਇਹਨੂੰ ਸਮਝਣਾ ਪਏ, ਗਿਆਨ ਦੀ ਪ੍ਰਾਪਤੀ ਕਰਨੀ। ਰਹਾਓ। ਪੰਡਤ ਹੋਏ ਕੇ ਵੈਦ ਬਖਾਨੇ, ਮੂਰਖ ਨਾਮ ਦਿਓ ਰਾਮਹਿ ਜਾਣੇ। ਕੀ ਸਮਝਾਉਂਦੇ ਹੈ ਭਗਤ ਜੀ? ਫਿਰ ਤੂੰ ਕਾਹਦੇ ਵੇਦ ਵਿਖਿਆਨ ਕੀਤੇ ਪਿੱਛੇ ਪੰਡਤਾਂ ਨੇ, ਹੁਣ ਤੂੰ ਵਿਖਿਆਨ ਗਲਤ ਕਰ ਰਿਹਾ ਵਾ। ਕਹਿੰਦੇ ਜਿਹਨੇ ਭਾਈ ਪਾ ਲਿਆ ਉਹ ਤਾਂ ਬੋਲਦੇ ਹੀ ਨਹੀਂ। ਕਿਉਂ ਨਹੀਂ ਬੋਲਦੇ? ਫਿਰ ਗ੍ਰੰਥ ਕਿਵੇਂ ਲਿਖੇ ਗਏ? ਇਹਨੂੰ ਸਮਝਣਾ ਭਾਈ। ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਾ ਨਾਲ ਜਿਹੜੀ ਜੁੜ ਕੇ ਰਹਾਂਗੇ ਤਾਂ ਆਪਾਂ ਕਾਲ ਤੋਂ ਮੁਕਤ ਰਹਾਂਗੇ। ਪੰਡਤ ਹੋਏ ਕੇ ਵੇਦ ਬਖਾਨੇ, ਮੂਰਖ ਨਾਮ ਦਿਓ ਰਾਮਹਿ ਜਾਣੇ। ਇਹ ਸਮਝਾਉਂਦੇ ਆ ਭਗਤ ਜੀ। ਕੀ ਸਮਝਾਉਂਦੇ ਆ? ਮੈਂ ਤਾਂ ਮੂਰਖ ਹੈ ਭਾਈ, ਨਾਮ ਦਿਓ। ਨਾਮ ਦੇ ਦੇਵ ਦੇ ਵਿੱਚ, ਅੰਤਰਾਤਮਾ ਦੇ ਵਿੱਚ ਇੱਕ ਲੈ ਹੋ ਗਏ। ਫਿਰ ਇਹ ਸਾਰੀ ਰਾਮੇ ਚ ਰਮ ਕੇ ਇੱਕ ਹੋ ਕੇ ਖੇਲ ਜਾਣੀ ਆ। ਆਪਾਂ ਪਿੱਛੇ ਵੀ ਵਿਚਾਰ ਕੀਤੀ ਹੈ, ਜਦੋਂ ਬੁੱਧੀ ਮਨ 'ਤੇ ਵਿਜੇ ਪ੍ਰਾਪਤ ਕਰ ਲੈਂਦੀ ਹੈ, ਮਨ ਜੀਤੇ ਜਗ ਜੀਤ, ਮਨ ਨੂੰ ਵਸ਼ ਕਰ ਲੈਂਦੀ ਹੈ, ਫਿਰ ਮਨ ਚੁੱਪ ਕਰਦਾ ਹੈ। ਚੁੱਪ ਕਰਨ ਤੋਂ ਬਾਅਦ ਹੀ ਬਾਣੀ ਦਾ ਉਪਦੇਸ਼ ਸ਼ੁਰੂ ਹੁੰਦਾ ਔਰ ਸਮਝ ਹੁੰਦਾ ਹੈ। ਜਦੋਂ ਮਨ ਚੁੱਪ ਹੁੰਦਾ ਹੈ, ਫਿਰ ਕਿੱਥੇ ਹੁੰਦਾ ਇਹ? ਦੇਵਲੋਕ ਹੁੰਦਾ ਹੈ। ਜਿਵੇਂ ਅਸੀਂ ਰਾਤ ਨੂੰ ਜਾ ਕੇ ਸੌਂਦੇ ਹਾਂ, ਕਿੱਥੇ ਸੌਂਦੇ ਹਾਂ? ਮਹਾਰਾਜ ਦੇ ਕੋਲ ਹੀ ਸੌਂਦੇ ਹਾਂ। ਪਰ ਜਦੋਂ ਉੱਠਦੇ ਹਾਂ, ਸਾਡੀ ਸੁਰਤ ਸਿੱਧੀ ਬ੍ਰੇਨ 'ਚ ਆ ਜਾਂਦੀ ਹੈ, ਸੰਸਾਰ ਨਾਲ ਜੁੜ ਜਾਂਦੇ, ਉਹਨੂੰ ਭੁੱਲ ਜਾਂਦੇ ਹਾਂ। ਅਸੀਂ ਸਾਡਾ ਜੀਵਨ ਨਿਕਲ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ। ਹੁਣ ਜਦੋਂ ਕਾਲ ਆ ਜਾਂਦਾ, ਤਿਆਰੀ ਕੋਈ ਵੀ ਨਹੀਂ ਕੀਤੀ। ਤਿਆਰੀ ਕਰਨੀ ਆਪਾਂ, ਸਰਜਾਮ ਲਾਗ ਭਉ ਜਲ ਤਰਨ ਕੇ। ਆਓ ਸਾਰੇ ਮਿਲ ਕੇ ਇਹ ਤਿਆਰੀ ਕਰੀਏ। ਚਾਰ ਪਦਾਰਥ ਜੀ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਪਹਿਲਾ ਪਦਾਰਥ ਆਪਣਾ ਗਿਆਨ ਹੈ। ਗੁਰੂ ਸ਼ਬਦ ਦੇ ਗਿਆਨ ਨਾਲ ਮਨ ਬੁੱਧੀ ਨੇ ਬੰਨ੍ਹ ਲੈਣਾ ਹੈ ਭੂਤ ਨੂੰ, ਬੋਤਲ 'ਚ ਫਿਰ ਬੰਦ ਕਰਕੇ ਨੇ ਵਾਪਸ ਜਾਣਾ। ਮਨ ਵੇਚੇ ਸਤਿਗੁਰ ਕੇ ਪਾਸ, ਅਤੇ ਸੇਵਕ ਕੇ ਕਾਰਜ ਰਾਸ। ਗਿਆਨ ਦੇ ਨਾਲ ਆਪਾਂ ਨੂੰ ਮੁਕਤੀ, ਦੋ ਪਦਾਰਥ ਮਿਲ ਗਏ। ਆਪਾਂ ਦੇਵਲੋਕ ਪਹੁੰਚ ਜਾਂਦੇ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਕੋ ਜਿਲੇ ਕੀਤੀ ਛੋਟੀ। ਨਾਲ ਅਸੀਂ ਗੁਰਸਿੱਖਾਂ ਦੀ ਸੰਗਤ ਕਰਨੀ ਹੈ, ਜਿਹੜੇ ਧਿਆਨ ਕਰਕੇ ਸੰਸਾਰ ਤੋਂ ਪਰੇ ਨੇ। ਫਿਰ ਤੀਜਾ ਪਦਾਰਥ ਉੱਥੇ ਆਪਣੀ ਭਗਤੀ ਸ਼ੁਰੂ ਹੁੰਦੀ ਹੈ ਦੇਵਲੋਕ 'ਚ। ਧਿਆਨ ਕਰਕੇ ਫਿਰ ਬਾਣੀ ਸੁਣਦੀ ਹੈ। ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਉਹ ਨਾਮ ਹੈ। ਉਹ 'ਚ ਆਪਾਂ ਸਮਾ ਜਾਣਾ ਹੈ ਬੁੱਧੀ ਨੇ। ਫਿਰ ਚੌਥਾ ਜਨਮ, ਫਿਰ ਇਹਨੂੰ ਆਪਦਾ ਰੂਪ ਸੱਚਖੰਡ ਦਾ ਜਿਹੜਾ ਹੁਕਮ ਰੂਪ ਤੋਂ ਵਿਛੜ ਗਈ ਸੀ, ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ, ਫਿਰ ਇਹਨੂੰ ਪ੍ਰਾਪਤ ਹੋ ਜਾਣਾ। ਉਸ ਤੋਂ ਬਾਅਦ ਫਿਰ ਇਹ ਬਾਣੀ ਦਾ ਜਸ ਸ਼ੁਰੂ ਹੁੰਦਾ ਹੈ ਭਾਈ। ਜਿਹੜੇ ਇਹ ਪਹਿਲਾਂ ਕਰਦੇ ਹਾਂ ਅਸੀਂ, ਉਹ ਮਾਨਵ ਸੋਚਾਂ ਨੇ ਅਲੱਗ-ਅਲੱਗ। ਦੇਖ ਲਓ, ਬਾਣੀ ਪੜ੍ਹ ਕੇ ਦੇਖੀਏ, ਭਗਤ ਗੁਰੂ ਸਾਹਿਬਾਨਾਂ ਦੀ ਇੱਕ ਮੱਤ ਹੈ, ਕਿਉਂਕਿ ਉਹ ਇੱਕ ਮੱਤ ਦੀ ਧਾਰ ਨਹੀਂ ਆ। ਆਪਾਂ ਅਨੇਕ ਮੱਤਾਂ ਦੇ ਹਾਂ। ਸੰਸਾਰੀ ਸੰਤ ਵੀ ਦਸਵੇਂ ਪਾਤਸ਼ਾਹ ਨੇ ਸਮਝਾਇਆ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਕੋਈ ਨਾ ਪਗ ਪ੍ਰਾਣਪਤੀ। ਕਿਸੇ ਨੂੰ ਵੀ ਪ੍ਰਾਣਾਂ ਬਾਰੇ, ਉਹ ਨਿਰਾਕਾਰ ਦੁਨੀਆ ਬਾਰੇ ਗਿਆਨ ਨਹੀਂ। ਸਤਿਗੁਰੂ ਕਹਿੰਦੇ ਆਪਦੀਆਂ ਮੱਤਾਂ ਲਈ ਬੈਠੇ, ਬੋੜ ਮਾਰੀ ਬੈਠੇ। ਆਪਾਂ ਇਹ ਗਲਤੀ ਨਹੀਂ ਕਰਨੀ। ਆਪਾਂ ਗੁਰ ਕੇ ਚਰਨ ਬਾਣੀ ਨਾਲ ਜੁੜ ਕੇ ਆਪਦੇ ਘਰੇ ਪਹੁੰਚਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।